श्री वाहिगुरु साहिब जीओ। कृपा करो दीन के दाते, मेरा गुण अब गुण ना विचारो कोई। माटी का क्या धोपै स्वामी, मानस की गत एही। विसर नाही दातार, अपना नाम देहो। गुण गावा दिन रात, नानक चाओ एहो। बेशुमार अथाह अगणत अतुलै, ज्यों बुलावो त्यों नानक दास बोलै। परम सन्मानियो गुरु रूप खालसा साध संगत जीओ। गरीब नवाज सतगुरु दसां पातशाहियां दी जोत, कलयुग के बोहित शब्द ब्रह्म, चवर छतर सिंघासन तख्त दे मालक, जुगो जुग अटल धन गुरु ग्रंथ साहिब महाराज जी की पावन पवित्र हजूरी अंदर जोड़ मिल बैठी गुरु रूप खालसा साध संगत जीओ। सिनिमर फतेह प्रवान करो जी। वाहिगुरु जी का खालसा, वाहिगुरु जी की फतेह। सोढी सुल्तान धन गुरु रामदास साहिब महाराज का पवित्र बचन है कि गुरु साहब दे दिल का कोई भेत नहीं पा सकता, गुरु साहब दे दिल दे हालात नहीं कोई जान सकता। वो की चाहुंदे ने, वो की करनगे, पर धन गुरु रामदास साहब कहते ने कि जिहड़ी सेवा दास ने, साडे सतगुरां ने, गरीब नवाज ने, भलियां दे शिरोमणी धन गुरु अमरदास साहिब जी दे दर ते रह के कीती है, उस मुताबक जिहड़ी मैनूं समझ पई है वो इन्नी क है कि जे तुसी गुरु साहब दा भेत पाउणा चाहुंदे हो तां तुसी गुरसिखां दी सेवा करो। इन्नी क मैनूं समझ आई है, बाकी मैनूं ये धन गुरु रामदास साहिब का बचन है, होर किसी का नहीं। भी वो एडे डूंघे ने, गैर गंभीर ने कि उन्हां दा भेद तां वड्डे वड्डे ऋषि मुनि नहीं पा सकते, ते आम बंदे ने की पा लेना। पर मेरा तजर्बा यह है कि जदों कोई गुरु के सिख की सेवा भी करनी चाहे, सिर्फ फुरना ही लियावे कि मैं सिखां की सेवा करिया कर, इन्ना ही सोचे, जां शरधा धार के सिखां दे दर्शन ही करे, तां भी कहंदे सतगुरु ਉਹਦੇ उत्ते प्रसन्न हुंदे ने कि ये मेरे सिखां दे उत्ते शरधा रखदा है।
ਇਹ ਮੇਰੇ ਸਿੱਖਾਂ ਦੀ ਸੇਵਾ ਕਰਨੀ ਚਾਹੁੰਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਦੇ ਬਚਨ ਨੇ, ਸਤਿਗੁਰ ਕੇ ਜੀਵ ਕੀ ਸਾਰ ਨਾ ਜਾਪੈ, ਕਿ ਪੂਰੇ ਸਤਿਗੁਰ ਭਾਵੈ। ਇਹ ਨਹੀਂ ਅਜੇ ਤੱਕ ਪਤਾ ਲੱਗਾ ਕਿਸੇ ਨੂੰ। ਅੱਗੇ ਉਹ ਆਪ ਹੀ ਜਵਾਬ ਦਿੰਦੇ ਨੇ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਗੁਰੂ ਦੇ ਸਿੱਖਾਂ ਦੇ ਵਿੱਚ ਸਤਿਗੁਰੂ ਵਰਤਦਾ ਹੈ। ਤੇ ਜੇ ਸਿੱਖਾਂ ਨੂੰ ਲੋਚੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰੂ ਖੁਸ਼ੀ ਮਨੈ। ਲੋਚੈ ਮੈਨੇ ਚਾਹੇ ਹੀ, ਕਰੇ ਵੀ ਨਾ ਭਾਵੇਂ, ਇੱਕ ਚਾਹ ਹੀ ਹੋਵੇ ਵੀ ਚੱਲ ਬਈ ਸਿੱਖਾਂ ਦੇ ਦਰਸ਼ਨ ਕਰੀਏ। ਕਿਤੇ ਮਹਾਰਾਜ ਬਲ ਦਵੇ, ਗੁਰਸਿੱਖਾਂ ਦੀ ਸੇਵਾ ਕਰਾਂਗੇ, ਇੰਨਾ ਕੀ ਕਰੇ। ਇੰਨੇ ਕਰਨ ਦੇ ਵਿੱਚ ਹੀ ਕਹਿੰਦੇ ਗੁਰੂ ਪ੍ਰਸੰਨ ਹੋ ਜਾਂਦਾ। ਇਹ ਨਹੀਂ ਪਤਾ ਕਿ ਕਿੰਨੀ ਕੁ ਬਾਣੀ ਪੜ੍ਹ ਕੇ ਉਹ ਸਾਡੇ ਤੇ ਪ੍ਰਸੰਨ ਹੋਣ। ਇਹ ਵੀ ਨਹੀਂ ਪਤਾ ਕਿ ਕਿੰਨਾ ਕੁ ਨਾਮ ਜਪਣਾ ਪਵੇ ਤੇ ਉਹ ਸਾਡੇ ਤੇ ਪ੍ਰਸੰਨ ਹੋਣ। ਪਰ ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਇੱਕ ਗੱਲ ਦਾ ਮੈਨੂੰ ਪਤਾ, ਉਹ ਕੀ, ਕਿ ਜਿਹੜਾ ਸਿੱਖਾਂ ਦੀ ਸੇਵਾ ਕਰਨੀ ਵੀ ਚਾਹੇਗਾ ਉਹਦੇ ਤੇ ਆਪਣੇ ਆਪ ਹੀ ਪ੍ਰਸੰਨ ਹੋ ਜਾਂਦੇ। ਕਲਗੀਧਰ ਸੱਚੇ ਪਾਤਸ਼ਾਹ ਗਰੀਬ ਨਵਾਜ਼, ਜਿਨ੍ਹਾਂ ਦੀ ਪਵਿੱਤਰ ਯਾਦ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ, ਜਿਨ੍ਹਾਂ ਨੂੰ ਆਪ ਬੜੇ ਪ੍ਰੇਮ ਦੇ ਨਾਲ ਮਹਾਂਪੁਰਸ਼ਾਂ ਦੇ ਉਪਰਾਲੇ ਦੁਆਰਾ ਯਾਦ ਕਰ ਰਹੇ ਹੋ, ਉਹਨਾਂ ਦੇ ਜੀਵਨ ਦੇ ਵਿੱਚ ਮਹਾਂਪੁਰਸ਼ ਬ੍ਰਹਮ ਗਿਆਨੀ ਬਾਬਾ ਸ਼ਾਮ ਸਿੰਘ ਜੀ ਨੇ ਇੱਕ ਬੜਾ ਸੁੰਦਰ ਪ੍ਰਸੰਗ ਲਿਖਿਆ। ਥੋੜਾ ਜਿਹਾ ਬੇਨਤੀ ਕਰਦਾ ਕਿ ਬਾਬਾ ਸ਼ਾਮ ਸਿੰਘ ਜੀ ਕੌਣ ਸਨ, ਜਿਨ੍ਹਾਂ ਨੇ ਕੋਈ 72 ਸਾਲ ਗੁਰਬਾਣੀ ਦਾ ਨਿਸ਼ਕਾਮ ਕੀਰਤਨ ਹਰਿਮੰਦਰ ਸਾਹਿਬ ਦੇ ਵਿੱਚ ਕੀਤਾ, ਜਿਨ੍ਹਾਂ ਨੇ ਬ੍ਰਹਮ ਗਿਆਨੀ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੂੰ ਪ੍ਰਚਾਰ ਕਰਨ ਦੀ ਸੇਵਾ ਧੰਨ ਗੁਰੂ ਰਾਮਦਾਸ ਸਾਹਿਬ ਦੇ ਹੁਕਮ ਦੇ ਨਾਲ ਲਾਈ, ਔਰ ਜਿਨ੍ਹਾਂ ਬਾਰੇ ਇੱਕ ਬ੍ਰਹਮ ਗਿਆਨੀ ਦੇ ਬਚਨ ਨੇ ਕਿ ਮੈਨੂੰ ਰੂਹਾਨੀਅਤ ਦੇ ਮੰਡਲ ਦੇ ਵਿੱਚ 2 ਸੰਤ ਹੀ ਦਿਖੇ। ਇੱਕ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਤੇ ਦੂਸਰੇ ਸੰਤ ਸ਼ਾਮ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਆ। ਪੁਰਾਣੀ ਗੱਲ ਹੈ ਤੇ ਬਚਨ ਨੇ, ਜੇ ਦਾਸ ਭੁਲੇਖਾ ਨਾ ਖਾਵੇ ਤੇ ਬ੍ਰਹਮ ਗਿਆਨੀ ਬਾਬਾ ਆਨੰਦ ਸਿੰਘ ਜੀ, ਕਿਉਂ ਆਪ ਬੜੀ ਕਮਾਈ ਕਰਦੇ ਸੀ, ਇਸ ਕਰਕੇ ਉਹ ਕਹਿੰਦੇ ਰੂਹਾਨੀਅਤ ਦੇ ਮੰਡਲ ਦੇ ਵਿੱਚ ਮੈਨੂੰ 2 ਧਰੂ ਤਾਰੇ ਦਿਖਦੇ ਜਿਹੜੇ ਸਭ ਤੋਂ ਸ਼੍ਰੋਮਣੀ ਨੇ। ਇੱਕ ਨੇ ਸੰਤ ਅਤਰ ਸਿੰਘ ਜੀ ਮਹਾਰਾਜ ਤੇ ਦੂਸਰੇ ਨੇ ਸੰਤ ਸ਼ਾਮ ਸਿੰਘ ਜੀ। ਸਮੇਂ ਦੀਆਂ ਗੱਲਾਂ ਨੇ, ਭਾਵੇਂ ਕਿ ਗੁਰੂ ਦੇ ਘਰ ਦੇ ਵਿੱਚ ਕਿਸੇ ਗੱਲ ਦਾ ਘਾਟਾ ਨਹੀਂ। ਇਹ ਮਹਾਂਪੁਰਸ਼ ਥੋੜਾ ਸਮਾਂ ਜੇ ਕਿਤੇ ਬਾਅਦ ਚ ਹੁੰਦੇ ਤੇ ਉਹਨਾਂ ਨੇ ਕਹਿਣਾ ਸੀ ਕਿ ਤੀਸਰੇ ਮੈਨੂੰ ਦੇਖਦੇ ਨੇ। ਉਹ ਕੌਣ? ਸੰਤ ਜਰਨੈਲ ਸਿੰਘ ਜੀ ਭਿੰਡਰਾਂ। ਪਰ ਉਹਨਾਂ ਨੇ ਆਪਣੇ ਸਮੇਂ ਦੀ ਗੱਲ ਕੀਤੀ। ਇਸ ਸਮੇਂ ਦੇ ਵਿੱਚ ਸੰਤ ਸ਼ਾਮ ਸਿੰਘ ਜੀ ਲਿਖਦੇ ਨੇ ਕਿ ਕਿਸੇ ਜ਼ਿਮੀਂਦਾਰ ਦਾ ਬਾਜਰੇ ਦਾ ਖੇਤ ਪੱਕ ਗਿਆ। ਮਨ ਦੇ ਵਿੱਚ ਫੁਰਨਾ ਆਇਆ ਕਿ ਖੇਤ ਪੱਕ ਚੁੱਕਾ ਹੈ ਤੇ ਹੋਵੇ ਨਾ ਇਹਨਾਂ ਦਾਣਿਆਂ ਦਾ ਭਲਾ ਕਰਾਂ। ਦੇਖੋ ਸਿੱਖ ਦੀ ਸ਼ਰਧਾ, ਕਿਉਂਕਿ ਗੁਰਬਾਣੀ ਕਹਿੰਦੀ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋ। ਇਹਨਾਂ ਜੀਵਾਂ ਦਾ ਭਲਾ ਕਰਾਂ, ਇਹ ਮੁਕਤ ਹੋਣ,
इस करके मैं होवे ना ਤਾਂ ਬਾਜਰੇ ਦਾ ਪ੍ਰਸ਼ਾਦਾ ਪਕਾ ਕੇ ਸਰੋਂ ਦਾ ਸਾਗ ਬਣਾ ਕੇ ਲੱਸੀ ਦਾ ਘੜਾ ਚੁੱਕ ਕੇ ਮੱਖਣ ਲੈ ਕੇ ਮਿੱਠਾ ਲੈ ਕੇ 10ਵੇਂ ਪਾਤਸ਼ਾਹ ਨੂੰ ਛਕਾ ਗਿਆ। ਹੁਣ ਇਹ ਦੇਖਣ ਨੂੰ ਘਟਨਾ ਬੜੀ ਛੋਟੀ ਜੀ ਹੈ, ਪਰ ਸਿੱਖ ਦਾ ਖਾਣਾ ਵੀ ਨਵਾਂ ਗੁਰੂ ਦੇ ਦਰ ਤੇ ਹੀ ਹੁੰਦਾ ਹੈ। ਸਿੱਖ ਦਾ ਗੁਰੂ ਦੇ ਨਾਲ ਪ੍ਰੇਮ ਹੀ ਇੰਨਾ ਹੈ ਕਿ ਉਹ ਹਰ ਨਵੀਂ ਚੀਜ਼ ਦੀ ਸ਼ੁਰੂਆਤ ਉਹਦੀ ਭਾਵਨਾ ਹੈ ਕਿ ਆਪਣੇ ਸਤਿਗੁਰੂ ਜੀ ਦੇ ਦਰ ਤੋਂ ਹੋਵੇ। ਇਹ ਭਾਵਨਾ ਧਾਰ ਕੇ ਉਸ ਨੇ ਸਰੋਂ ਦਾ ਸਾਗ ਬਣਾਇਆ, ਬਾਜਰੇ ਦਾ ਪ੍ਰਸ਼ਾਦਾ ਪਕਾਇਆ, ਮੱਖਣ ਲਿਆ, ਲੱਸੀ ਲਈ ਤੇ ਕੁਝ ਮਿੱਠਾ, ਮਹਾਂਪੁਰਸ਼ ਲਿਖਦੇ, ਲੈ ਕੇ ਤੁਰ ਪਿਆ ਅਰਦਾਸ ਕਰ। ਨਦੀ ਦੇ ਕਿਨਾਰੇ ਤੇ ਪਹੁੰਚਿਆ, ਕਿਉਂਕਿ ਆਪ ਜੀ ਜਾਣਦੇ ਹੋ ਵੀ ਜਿਹੜਾ ਵੀ ਆਨੰਦਪੁਰ ਸਾਹਿਬ ਜਾਂਦਾ ਹੈ ਨਦੀ ਪਾਰ ਕਰਨੀ ਪੈਂਦੀ ਹੈ, ਤੇ ਇੱਕ ਨਦੀ ਦਾ ਨਾਂ ਤੇ ਚਰਨ ਗੰਗਾ ਸੀ ਵੀ ਜਿਹੜਾ ਵੀ ਸ੍ਰੀ ਆਨੰਦਪੁਰ ਸਾਹਿਬ 'ਚ ਐਂਟਰ ਹੋਵੇ ਉਹਦੇ ਪੈਰ ਆਪਣੇ ਆਪ ਹੀ ਧੋਤੇ ਜਾਣ। ਉਹਨੂੰ ਆਪਾਂ ਚਰਨ ਗੰਗਾ ਕਹਿੰਦੇ ਨੇ, ਜਿੱਥੇ ਸਟੇਡੀਅਮ ਬਣਿਆ ਤੇ ਮਹੱਲਾ ਸਿੰਘ ਖੇਡਦੇ ਨੇ, ਚਰਨ ਗੰਗਾ ਸਟੇਡੀਅਮ। ਨਦੀ ਦੇ ਕਿਨਾਰੇ ਤੇ ਪਹੁੰਚਿਆ, ਕੀ ਦੇਖਦਾ ਹੈ ਕਿ ਉੱਥੇ 5 ਸਿੰਘ, 5 ਗੁਰੂ ਕੇ ਸਿੱਖ ਭਗਤੀ ਕਰਦੇ ਪਏ, ਤਪ ਕਰਦੇ ਪਏ ਨੇ। ਉਹਨਾਂ ਸਿੱਖਾਂ ਨੇ ਵੀ ਐਸੀ ਸੰਤੋਖ ਦੀ ਬਿਰਤੀ ਧਾਰੀ ਸੀ ਕਿ ਜੇ ਪ੍ਰਸ਼ਾਦਾ ਆ ਜੇ ਤੇ ਬਹੁਤ ਚੰਗੀ ਗੱਲ, ਨਹੀਂ ਤੇ ਮੰਗਣ ਨਹੀਂ ਜਾਣ। ਪਰਾਲਬਧ ਅਨੁਸਾਰ ਜੇ ਵਾਹਿਗੁਰੂ ਪ੍ਰਸ਼ਾਦਾ ਭੇਜੇ ਤੇ ਛਕ ਲੈਣਾ, ਤੇ ਕਈ ਗੱਲਾਂ ਤੇ ਫਿਰ ਉੱਥੇ ਸਪਸ਼ਟ ਲਿਖੀਆਂ ਨੇ। ਕਈ ਵਾਰੀ ਡਰ ਵੀ ਲੱਗਦਾ, ਉਹਨਾਂ ਕੀ ਕਲਿੱਪ ਕੱਟਦੇ, ਅਗਲਾ ਪਿਛਲਾ ਸਾਰਾ ਹੀ ਛੱਡ ਦਿੰਦੇ। ਤਾਂ ਪਾਸ ਉਹਨਾਂ ਦੇ ਕੁਝ ਵੀ ਨਹੀਂ। ਤਾਂ ਉੱਥੇ ਇਹ ਗੱਲ ਕੋਈ ਮੇਰੇ ਤੇ ਗਿਲਾ ਕਰੇ, ਮਹਾਂਪੁਰਸ਼ਾਂ ਨੇ ਲਿਖੀ ਹੈ ਕਿ ਉਹ ਸੁਖ ਨਿਧਾਨ ਛਕ ਕੇ ਸੁਖ ਨਿਧਾਨ ਦੀ ਬੰਦਗੀ ਕਰਦੇ ਸੀ, ਹੋਰ ਉਹਨਾਂ ਦੇ ਪਾਸ ਕੁਝ ਵੀ ਨਹੀਂ ਸੀ। ਉਹਦੇ ਵਿੱਚ ਵੀ ਉਹ ਲੂਣ ਪਾਉਂਦੇ ਸੀ ਤੇ ਪਰਮੇਸ਼ਰ ਦੀ ਭਗਤੀ ਕਰਦੇ ਸੀ, ਬੰਦਗੀ ਕਰਦੇ ਸੀ, ਮੰਗਣ ਕਿਸੇ ਤੋਂ ਜਾਂਦੇ ਨਹੀਂ। ਜਦੋਂ ਇਹ ਸਿੱਖ ਪ੍ਰਸ਼ਾਦੇ ਲੈ ਕੇ ਜਾਣ ਲੱਗਾ ਤਾਂ ਉਹਨਾਂ 5 ਸਿੱਖਾਂ ਦੇ ਵਿੱਚੋਂ ਇੱਕ ਸਿੱਖ ਨੇ ਆਖਿਆ, ਭਾਈ ਤੂੰ ਕਿੱਥੇ ਚੱਲਿਆ? ਤਾਂ ਇਹ ਕਹਿਣ ਲੱਗਾ, ਜੀ ਮੈਂ ਸ੍ਰੀ ਆਨੰਦਪੁਰ ਸਾਹਿਬ ਚੱਲਿਆ ਹਾਂ, ਕਲਗੀਧਰ ਜੀ ਨੂੰ ਮੇਰੀ ਸ਼ਰਧਾ ਇਹ ਇੱਕ ਵਾਰੀ ਉਹਨਾਂ ਨੂੰ ਬਾਜਰੇ ਦਾ ਪ੍ਰਸ਼ਾਦਾ ਛਕਾ, ਉਹ ਆਪਣੇ ਰਸਨੀ ਲਾ ਲੈਣ ਤੇ ਮੇਰੀ ਭਾਵਨਾ ਪੂਰੀ ਹੋ ਜੂਗੀ, ਮੇਰੀ ਕਮਾਈ ਮੈਂ ਸਮਝੂੰਗਾ ਕਿ ਸਫਲੀ, ਮੇਰਾ ਜਨਮ ਸਫਲਾ। ਉਧਰ ਉਹਨਾਂ ਸਿੱਖਾਂ ਦੀ ਵੀ ਭੁੱਖ ਬੜੀ ਚਮਕੀ ਸੀ, ਕਈ ਦਿਨਾਂ ਤੋਂ ਭੁੱਖੇ ਸਨ। ਇੱਧਰ ਇਹ ਸਿੱਖ ਸਾਗ ਲੈ ਕੇ, ਲੱਸੀ ਲੈ ਕੇ, ਬਾਜਰੇ ਦਾ ਪ੍ਰਸ਼ਾਦਾ ਲੈ ਕੇ ਨਿਕਲ ਆਏ। ਤਾਂ ਉਹ ਸਿੱਖ ਕਹਿਣ ਲੱਗਾ, ਭਾਈ ਸਿੱਖਾ, ਜੇ ਇੱਥੇ ਹੀ ਮਹਾਰਾਜ ਦੇ ਰਸਨੀ ਲਵਾ ਦਈਏ ਤੇ ਫੇਰ, ਤੇ ਉੱਥੇ ਕੀ ਪਤਾ ਲੱਗੇ ਕਿ ਨਾ ਲੱਗੇ, ਤੇ ਜੇ ਇੱਥੇ ਹੀ ਲਵਾ ਦਈਏ, ਉੱਥੇ ਤੇ 36 ਪ੍ਰਕਾਰ ਦੇ ਪਕਵਾਨ ਨੇ ਤੇ ਬਿਨਾਂ ਭਾਵਨਾ ਤੋਂ ਉੱਥੇ ਲੱਗਣੇ ਨਹੀਂ ਆ, ਤੇ ਗੱਲ ਕਰ ਇੱਥੇ ਹੀ ਲਵਾਈਏ ਮਹਾਰਾਜ ਦੇ ਰਸਨਾ ਨੂੰ। ਉਹ ਸੋਚੀ ਪੈ ਗਿਆ, ਹੈਰਾਨ ਵੀ ਹੋਇਆ। ਤਾਂ ਉਹ ਸਿੱਖ ਕਹਿਣ ਲੱਗਾ, ਤੂੰ ਸ਼ੰਕਾ ਨਾ ਕਰ, ਤੂੰ 5 ਦੇ ਵਿੱਚ ਪਰਮੇਸ਼ਰ ਜਾਣ, ਕਲਗੀਧਰ ਜਾਣ। ਕਿਰਪਾ ਪਰਮੇਸ਼ਰ ਨੇ ਕਰਨੀ ਆ, ਵਾਹਿਗੁਰੂ ਨੇ ਕਰਨੀ ਆ, ਬੰਦੇ ਦਾ ਮਨ ਉਸ ਪ੍ਰਮਾਤਮਾ ਨੇ ਬਣਾਉਣਾ ਹੈ। ਇਹਦਾ ਮਨ ਮੰਨ ਗਿਆ
ਤੇ ਉਹ ਸਿੱਖ बड़े प्रेम दे नाल उन्होंने कहते करद भेंट करके इतिहास च लिखिया जी श्री साहब भेंट करके अरदास करके प्रशादे नूं भोग लवाया ते पंजां ने छकना शुरू किया। हुण पंजां ने प्रशादा छक के अरदास की कि इनू नाम चेते आवे, इहदे उत्ते गुरु कृपा करे, बख्शिश करे। तो इन्नी अरदास करके वो फिर तप कर लग पिया, फिर उस परमेश्वर की भगती कर लग। हुण ये सिख दे मन दे विच एक संसा आ गया। महाराज जी लिखते ने भी इन्हें संसा किया भी चलो प्रशादा ते 10वें पातशाह नूं छकाउणा सी, पर जो कर्मां च जिथे दाना पानी लिखिया उत्थे खाना ही पैना है, जिहदा लिखिया उन्होंने भोगना ही पैना है। पर हुण जे इन्ना सफ़र करके नदी दे कंढे ते आ गया तो थोड़ा जिहा होर हिम्मत कर, महाराज दे दर्शनां तो नहीं ना खाली मुड़ना चाहिए। चलो ऐरकी दर्शन ही सही ते कोई गल नहीं, फिर किते बाजरे दा खेत पक्केगा तो फिर प्रशादा ले आवांगे। ये भावना धार के वो नदी पार कर गया। संगत का बड़ा भारी इकट्ठ, सूरबीर सिंघां का बड़ा भारी इकट्ठ, नमस्कार करके पिछे ही संगत दे बैठ गए। पर मन दे विच एक संसा मुड़ मुड़ चली जावे भी छकाउणा 10वें पातशाह कलगीधर। कलगीधर महाराज सोने दे सिंघासन उत्ते विराजमान ने, चंद वर्गा जिन्हां दा सोहना बदन है, चेहरा है, कमल वर्गे जिन्हां दे नेत्र ने, शीश उत्ते दस्तार, दस्तार उत्ते जिगा, जिगे दे उत्ते कलगी बड़ी शोभदी, ते जिन्हां दे बहुत वड्डे भाग ने उन्हां दे हिरदे रूपी तख्त उत्ते सतगुरु दा ऐसा ध्यान जिहड़ा वा वो टिकदा है। भाई गुरदास साहब जी ने एक गल बड़ी कमाल दी लिखी, भावें उन्होंने अपना सुपना ही लिखिया, पर वो लिखते ने भी अज मेरे एडे वड्डे भाग कि सुपने दे विच वो परमेश्वर आया जिहड़ा बड़ा सुंदर है। मेरे हिरदे रूपी सिंघासन उत्ते पलंघे उत्ते वो विराजमान होए, जिहदा एडा वड्डा प्रकाश है। जिवें कलगीधर अपनी बाणी च भी एक जगह लिखते ने कि कोट सूर सम तेज, तेज नहीं दून च वगण। उस वाहिगुरु का प्रकाश करोड़ां सूरजां वर्गा वा। आ दूजे तीजे आ 2-4 सूरजों का की कहंदे मुकाबला कर। भाई साहब भाई गुरदास साहब ने उत्थे भावें कि उन्हां दा एक सुपना है तो सतगुरु 10 पातशाहियां एक रूप ने, ते आप जी रोज वो शब्द किते ना किते श्रवण करते भी होगे कि आज मोरे आए हैं सुपन चरित्र चित्र बन के बने बचित्र। हुण इहदी सुंदरता उत्थे बाबा श्याम सिंह जी ने खिंची बड़ी सोहनी। वो कहंदे चंद बदन कमल वर्गे नेत्र, कमल दीयां पत्तियां देखिए ना, चौड़े नेत्र, शीश उत्ते सोहनी दस्तार, जिगा सजिया होया, कलगी सजी हुई ते हाथ दे विच कहंदे तीर घुमाउंदे आ, सिंघासन उत्ते विराजमान ने। ते महापुरुष लिखते ने इहो जी फोटो किसी भागां वाले दे दिल दे विच चितरी जांदी है, किसी विरले दे हिरदे च वसदी। ऐसा सतगुरु दा उत्थे महाराज कहंदे ने कि प्रकाश सुंदरता कलगीधर जी। इन्ने चिर नूं
ਕਲਗੀਧਰ ਮਹਾਰਾਜ ਨੇ ਉਹਦਾ ਸੰਸਾ ਜਾਣ ਕੇ ਕਿ ਉਹ ਜ਼ਿਮੀਂਦਾਰ ਇੱਕ ਸੰਸਾ ਲਈ ਬੈਠਾ, ਤਾਂ ਮਹਾਰਾਜ ਨੇ ਸੇਵਾਦਾਰ ਸਿੱਖ ਨੂੰ ਆਖਿਆ ਕੋਈ ਤੀਲਾ ਫੜਾ। ਆਪਾਂ ਵੀ ਵਰਤਦੇ ਨਾ ਕਈ ਵਾਰੀ ਤਿੱਖੇ ਜੇ। ਮੇਰੇ ਰਦਨ ਪੰਗਤੀ ਦੇ ਵਿੱਚ ਸਾਗ ਦਾ ਪੱਤਰ ਫਸ ਗਿਆ ਤੇ ਕੋਈ ਤੀਲਾ ਫੜਾ ਮੈਨੂੰ, ਉਹਨੂੰ ਮੈਂ ਕੱਢਾਂ ਦੰਦਾਂ ਦੇ ਵਿੱਚ। ਸਾਰੀ ਸੰਗਤ ਵਿਰਾਜਮਾਨ ਹੈ ਤੇ ਸਤਿਗੁਰੂ ਸਿੰਘਾਸਨ ਤੇ ਸੁਭਾਏਮਾਨ ਨੇ, ਚੌਰ ਹੁੰਦਾ ਪਿਆ। ਬੜੇ ਹੈਰਾਨ ਹੋਏ ਸਾਰੇ। ਚਲੋ ਕਿਸੇ ਸਿੱਖ ਨੇ ਬੜੇ ਪ੍ਰੇਮ ਦੇ ਨਾਲ ਧੋ ਕੇ ਸੋਧ ਕੇ ਮਹਾਰਾਜ ਨੂੰ ਦਿੱਤਾ ਤੇ ਮਹਾਰਾਜ ਨੇ ਉਹਨੂੰ ਦੰਦਾਂ 'ਚ ਆਪਣੀ ਰਦਨ ਪੰਗਤੀ, ਜਿਹਨੂੰ ਦੰਦ ਕਹਿੰਦੇ ਨੇ, ਉਹਨਾਂ 'ਚ ਮਾਰਿਆ ਤੇ ਉਹਨੂੰ ਕੱਢਿਆ। ਹੱਥ ਧੋਤੇ, ਚਿਹਰਾ ਧੋਤਾ, ਮੁਖ ਦੀ ਸੁਧਾਈ ਕੀਤੀ। ਜਦੋਂ ਇਹ ਘਟਨਾ ਹੋਈ ਤਾਂ ਭਾਈ ਦਰਬਾਰਾ ਸਿੰਘ ਜੀ ਲਾਂਗਰੀ, ਲਾਂਗਰੀਆਂ ਵਿੱਚੋਂ ਕੁਝ ਨਾਂ ਆਉਂਦੇ ਆ ਨਾ, ਸਾਰੇ ਤਾਂ ਨਹੀਂ ਆਉਂਦੇ। ਜੇ ਦੇਖਿਆ ਜਾਵੇ ਤੇ ਪੰਥ ਦੇ ਮਹਾਨ ਵਿਦਵਾਨ, ਅਰਬੀ ਫਾਰਸੀ ਦੇ ਮਹਾਨ ਆਲਮ ਫਾਜ਼ਲ ਭਾਈ ਨੰਦ ਲਾਲ ਸਿੰਘ ਜੀ ਵੀ ਗੁਰੂ ਘਰ ਦੇ ਲਾਂਗਰੀ ਨੇ, ਗੁਰੂ ਘਰ ਦੇ ਭਾਂਡੇ ਮਾਂਜਣ ਵਾਲੇ ਨੇ। ਤੇ ਅੱਜ ਕੱਲ ਜਿਹੜਾ ਵਿਦਵਾਨ ਹੈ ਉਹਨੇ ਆਪਣੇ ਕੀ ਮਾਂਜਣੇ ਨੇ, ਉਹ ਤੇ ਕਿਸੇ ਦੇ ਮਾਂਜ ਕੇ ਰਾਜੀ ਨਹੀਂ। ਉਹ ਸਮਝਦਾ ਵਾ ਵੀ ਮੈਂ ਬੰਦਾ ਹੀ ਹੋਰ ਹਾਂ ਤੇ ਇਹ ਬੰਦੇ ਹੀ ਹੋਰ। ਤਾਂ ਅਰਬੀ ਦੇ ਆਲਮ ਫਾਜ਼ਲ ਕਿੱਡੇ ਵੱਡੇ ਵਿਦਵਾਨ, ਪਰ ਗੁਰੂ ਘਰ ਦੇ ਲਾਂਗਰੀ, ਗੁਰੂ ਘਰ ਦੇ ਭਾਂਡੇ ਮਾਂਜਣ ਵਾਲੇ। ਭਾਈ ਦਰਬਾਰਾ ਸਿੰਘ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗਰੀਬ ਨਵਾਜ, ਪਹਿਲੀ ਗੱਲ ਤੇ ਇਹ ਕਿ ਤੁਸੀਂ ਤਖਤ ਤੇ ਵਿਰਾਜਮਾਨ ਹੋ, ਸਾਡੇ ਵੇਖਦਿਆਂ ਤੇ ਤੁਸੀਂ ਪ੍ਰਸ਼ਾਦਾ ਛਕਿਆ ਹੀ ਨਹੀਂ। ਦੂਸਰੀ ਗੱਲ ਇਹ ਕਿ ਲੰਗਰ ਦੇ ਵਿੱਚ ਅੱਜ ਸਾਗ ਬਣਿਆ ਹੀ ਨਹੀਂ। ਦੋ ਗੱਲਾਂ ਹੋ ਗਈਆਂ ਨਾ। ਸਾਹਮਣੇ ਤੁਸੀਂ ਤਖਤ ਤੇ ਵਿਰਾਜਮਾਨ ਹੋ, ਸਾਡੇ ਦੇਖਦਿਆਂ ਲੰਗਰ ਛਕਿਆ ਨਹੀਂ, ਤੇ ਆਪ ਕਿਸੇ ਗੱਲੋਂ ਨਾਰਾਜ਼ ਨਾ ਹੋਇਓ। ਕੋਈ ਕਿੰਤੂ ਨਹੀਂ, ਬੇਨਤੀ ਆ ਕਿ ਲੰਗਰ 'ਚ ਅੱਜ ਸਾਗ ਬਣਿਆ ਹੀ ਨਹੀਂ। ਤੇ ਗਰੀਬ ਨਵਾਜ, ਤੁਸੀਂ ਕਿਸ ਤਰ੍ਹਾਂ ਕਹਿ ਰਹੇ ਹੋ ਕਿ ਸਾਗ ਮੈਂ ਛਕਿਆ? ਤੇ ਨਾਲ ਹੀ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਲੰਗਰ ਤਿਆਰ ਹੈ, ਆਪ ਲੰਗਰ ਦੇ ਵਿੱਚ ਵਿਰਾਜਮਾਨ ਹੋ, ਲੰਗਰ ਨੂੰ ਭੋਗ ਲਾਓ, ਛਕੋ, ਸੰਗਤ ਸਾਰੀ ਛਕੇ, ਆਪ ਕਿਰਪਾ ਕਰੋ। ਤਾਂ ਹਜ਼ੂਰ ਕਲਗੀਧਰ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਦਰਬਾਰਾ ਸਿੰਘ ਜੀ, ਸੂਪਕਾਰ ਜੀ, ਰਸੋਈਕਾਰ ਜੀ, ਅੱਜ ਮੈਂ ਸਾਗ ਏਡੇ ਪਿਆਰ ਨਾਲ ਖਾਧਾ ਵਾ, ਨਾਲ ਮੈਂ ਬਾਜਰੇ ਦੇ ਪ੍ਰਸ਼ਾਦੇ ਛਕੇ ਆ, ਨਾਲ ਮੈਂ ਮੱਖਣ ਛਕਿਆ ਹੈ, ਲੱਸੀ ਛਕੀ ਹੈ, ਫਿਰ ਮਿੱਠਾ ਵੀ ਛਕਿਆ ਵਾ, ਮੈਂ ਪੂਰਾ ਰੱਜਿਆ ਵਾ, ਮੈਂ ਪ੍ਰਸ਼ਾਦਾ ਨਹੀਂ ਛਕਣਾ। ਤੇ ਭਾਈ ਦਰਬਾਰਾ ਸਿੰਘ ਜੀ ਨੇ ਆਖਿਆ, ਗਰੀਬ ਨਵਾਜ ਤੁਸੀਂ ਕਿੱਥੋਂ ਛਕਿਆ, ਕਿੰਨੇ ਛਕਾਇਆ? ਤੇ ਉੱਥੇ ਫਿਰ ਕਲਗੀਧਰ ਅੰਤਰਜਾਮੀ, ਦਿਲਾਂ ਦੀਆਂ ਜਾਣਨ ਵਾਲਾ ਕਹਿੰਦਾ, ਹੋ ਜਿਹੜਾ ਸਿੱਖ ਪਿੱਛੇ ਬੈਠਾ ਨਾ, ਉਹਨੇ ਛਕਾਇਆ ਸਾਰੀ ਸੰਗਤ ਦੇ ਵਿੱਚ। ਤਾਂ ਮਹਾਂਪੁਰਸ਼ ਥੋੜਾ ਜਿਹਾ ਬ੍ਰਿਜ ਭਾਸ਼ਾ 'ਚ ਲਿਖਦੇ ਆ, ਉਹ ਕਹਿੰਦੇ ਦਾਹਨੇ ਕਰ ਦੀ ਉਂਗਲੀ ਕਰਕੇ ਆਖਿਆ, ਉਹ ਬੈਠਾ ਹੀ। ਤਾਂ ਉਹ ਸਿੱਖ ਕਹਿੰਦੇ ਸ਼ਰਮਸਾਰ ਹੋ ਕੇ ਉੱਠ ਖੜਾ ਹੋਇਆ, ਕਹਿੰਦਾ ਨਹੀਂ ਮਹਾਰਾਜ, ਤੁਹਾਨੂੰ ਤਾਂ ਨਹੀਂ ਛਕਾਇਆ, ਪੰਜਾਂ ਸਿੱਖਾਂ ਨੂੰ ਛਕਾਇਆ, ਤੇ ਸੇਵਾ ਰਹਿ ਗਈ ਆ, ਫਿਰ ਤੁਸੀਂ ਕਿਰਪਾ ਕਰੋਗੇ, ਫਿਰ ਐਰਕੀ ਸਿੱਧਾ ਤੁਹਾਨੂੰ ਛਕਾਉਂਗਾ। ਮਹਾਰਾਜ ਹੱਸ ਪਏ। ਮਹਾਰਾਜ ਕਹਿਣ ਲੱਗੇ, ਜਿਹੜਾ ਤੂੰ ਭਾਈ ਸਿੱਖਾ ਪੰਜਾਂ ਨੂੰ ਛਕਾਇਆ ਵਾ,
ਉਹ ਮੈਨੂੰ ਹੀ ਛਕਾਇਆ, ਉਹ ਮੇਰੇ ਤੱਕ ਹੀ ਪਹੁੰਚਿਆ ਹੈ। ਤੇ ਹੋ ਸਕਦਾ ਤੂੰ ਮੈਨੂੰ ਸਿੱਧਾ ਛਕਾਉਂਦਾ ਤੇ ਉਹ ਭਾਵੇਂ ਨਾ ਪਹੁੰਚਦਾ, ਪਰ ਉਹ ਪੰਜ ਏਦਾਂ ਦੇ ਸੀ। ਬੋਲੇ ਸੋਨਹਾਲ। ਉਹ ਪੰਜ ਏਦਾਂ ਦੇ ਸੀ, ਨੇਹ ਕੰਚਨ ਮਹਾਂਪੁਰਸ਼ਾਂ ਨੇ ਵਿਸ਼ੇਸ਼ਣ ਦਿੱਤੇ। ਬਿਨਾਂ ਤਾਂਗ ਤੋਂ, ਬਿਨਾਂ ਲੋਭ ਤੋਂ, ਬਿਨਾਂ ਮਤਲਬ ਤੋਂ, ਅਤੀਤ, ਲੋੜਵੰਦ, ਇਦਾਂ ਦੇ ਉਹ ਪੰਜ ਸੀ। ਉਹ ਪੰਜ ਇਦਾਂ ਦੇ ਸੀ ਨਿਤਨੇਮੀ। ਉਹ ਪੰਜ ਇਦਾਂ ਦੇ ਸੀ ਤਾਂ ਮਹਾਂਪੁਰਸ਼ ਲਿਖਦੇ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ, ਵਾਹਿਗੁਰੂ ਜੀ ਤੇ ਭਰੋਸਾ ਰੱਖਣ ਵਾਲੇ, ਕਿਸੇ ਅੱਗੇ ਹੱਥ ਨਹੀਂ ਅੱਡਣ ਵਾਲੇ। ਐਸੇ ਪੰਜਾਂ ਨੂੰ ਤੂੰ ਪ੍ਰਸ਼ਾਦਾ ਛਕਾਇਆ ਹੈ। ਤੇ ਇੱਕ ਗੱਲ ਚੇਤੇ ਰੱਖੀ, ਜਿਹੜਾ ਮੇਰੇ ਇਹੋ ਜਿਹੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਵੇਗਾ, ਬਿਅੰਗਮ ਸਿੰਘ ਨੂੰ ਕੱਪੜਾ ਦੇਵੇਗਾ, ਭੁੱਖੇ ਨੂੰ ਪ੍ਰਸ਼ਾਦਾ ਦੇਵੇਗਾ, ਉਹ ਕਲਗੀਧਾਰੀ ਖਾਵੇਗਾ ਤੇ ਉਹ ਕੱਪੜਾ ਕਲਗੀਧਰ ਹੀ ਪਾਵੇਗਾ। ਉੱਥੇ ਤੇ ਮਹਾਂਪੁਰਸ਼ ਇੱਥੋਂ ਤੱਕ ਲਿਖਦੇ ਨੇ ਕਿ ਉਹਨੂੰ ਮੈਂ ਜਮਾਂ ਦੇ ਦੁੱਖਾਂ ਤੋਂ ਵੀ ਬਚਾਊਂਗਾ, ਉਹਨੂੰ ਮੈਂ ਗਰਭ ਦੇ ਦੁੱਖਾਂ ਤੋਂ ਵੀ ਰੱਖੂੰਗਾ। ਤੇ ਗੁਰੂ ਕੇ ਸਿੱਖਾ, ਉੱਥੇ ਮਹਾਂਪੁਰਸ਼ਾਂ ਇੱਕ ਦ੍ਰਿਸ਼ਟਾਂਤ ਲਿਖਿਆ ਜੀ, ਮੈਨੂੰ ਸੋਹਣਾ ਪ੍ਰਸੰਗ ਲੱਗਿਆ, ਦਸਵੇਂ ਪਾਤਸ਼ਾਹ ਦੇ ਨਾਲ ਸੰਬੰਧਿਤ ਲੱਗਿਆ। ਤਾਂ ਆਪ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਮਹਾਂਪੁਰਸ਼ਾਂ ਦੀ ਅਗਵਾਈ ਦੇ ਵਿੱਚ ਵਿਸਾਖੀ ਦਾ ਜੋੜ ਮੇਲਾ ਮਨਾਉਂਦੇ, ਖਾਲਸਾ ਸਾਜਨਾ ਦਾ ਜੋੜ ਮੇਲਾ ਮਨਾਉਂਦੇ। ਉੱਥੇ ਮਹਾਂਪੁਰਖ ਦ੍ਰਿਸ਼ਟਾਂਤ ਲਿਖਦੇ, ਜਿਵੇਂ ਕਿਸੇ ਸੱਜਣ ਨੇ ਜਗਨਨਾਥ ਸਵਾਮੀ ਵਾਸਤੇ 100 ਰੁਪਈਆ ਭੇਜੇ ਤੇ ਕੀ ਆਖਿਆ ਸੀ, ਕੋਈ ਗੁੱਸਾ ਨਾ ਕਰਿਓ, ਕੀ ਆਖਿਆ ਸੀ, ਰੁਪਈਆ ਗੋਲਕ 'ਚ ਤੇ 99 ਸਾਧਾਂ ਦੇ ਭੰਡਾਰੇ ਤੇ। 100 ਚੋਂ ਰੁਪਈਆ ਗੋਲਕ 'ਚ ਤੇ 99 ਸਾਧੂਆਂ ਦੇ ਭੰਡਾਰੇ ਤੇ ਜਗਨਨਾਥ ਜੀ ਨੇ ਦਰਸ਼ਨ ਦੇ ਕੇ ਕੀ ਆਖਿਆ, ਸੇਠ ਜੀ ਤੂੰ ਤੇ 100 ਭੇਜਿਆ ਸੀ, 99 ਹੀ ਪਹੁੰਚੇ, ਇੱਕ ਰਹਿ ਗਿਆ। ਇਹ ਉਹਨਾਂ ਨੇ ਉੱਥੇ ਦ੍ਰਿਸ਼ਟਾਂਤ ਦਿੱਤਾ। ਗੁਰੂ ਘਰ ਦੀ ਸੇਵਾ ਜਾਂ ਮਹਾਂਪੁਰਸ਼ਾਂ ਦੀ ਸੇਵਾ, ਸੰਗਤ ਦੀ ਸੇਵਾ, ਗੁਰਸਿੱਖਾਂ ਦੀ ਸੇਵਾ ਦਾ ਇੱਕ ਦ੍ਰਿਸ਼ਟਾਂਤ ਦਿੱਤਾ ਵੀ 99 ਪਹੁੰਚੇ ਆ, ਇੱਕ ਕਿੱਥੇ ਰਹਿ ਗਿਆ। ਇੱਥੋਂ ਹੀ ਹਿਸਾਬ ਲਾ ਲਓ ਤੁਸੀਂ। ਤਾਂ ਦਸਵੇਂ ਪਾਤਸ਼ਾਹ ਕਹਿੰਦੇ, ਜਿਹੜਾ ਮੇਰੇ ਸਿੱਖਾਂ ਦੀ ਸੇਵਾ ਕਰੇਗਾ ਉਹਨੂੰ ਮੈਂ ਜਮਾਂ ਦੇ ਰਾਹ ਤੋਂ ਵੀ ਬਚਾਊਂਗਾ ਤੇ ਮਾਤਾ ਦੇ ਗਰਭ ਦੇ ਦੁੱਖਾਂ ਤੋਂ ਵੀ ਉਹਦੀ ਰੱਖਿਆ ਕਰਾਂ। ਦੇਖੋ ਕਈ ਵਾਰੀ ਹੈ ਨਾ, ਬੇਨਤੀ ਕਰਦੇ ਆ ਭੁੱਲ ਜਾਈਦਾ, ਕਿਉਂਕਿ ਸਮਰੱਥ ਸਤਿਗੁਰੂ ਦੇ ਕੌਤਕ ਇਹ ਤੁੱਛ ਜੇ ਬੰਦੇ ਕੀ ਸੁਣਾ ਸਕਦੇ। ਫਿਰ ਵੀ ਬੇਨਤੀ ਕਰਾਂ, ਉੱਥੇ ਕਲਗੀਧਰ ਨੇ ਇੱਕ ਬਚਨ ਐਸਾ ਕੀਤਾ ਜਿਹੜਾ ਸਾਰੀ ਉਮਰ ਚੇਤੇ ਰੱਖਣ ਵਾਲਾ, ਕਿ ਜਿਹੜਾ ਸਿੱਖ ਮੇਰੇ ਸਿੱਖਾਂ ਦੀ ਸੇਵਾ ਕਰੇਗਾ ਉਹਦਾ ਮੇਰੇ ਤੇ ਰਿਣ ਰਵੇਗਾ। ਜਿਹਨੂੰ ਆਪਾਂ ਕਰਜ਼ਾ ਕਹਿੰਦੇ, ਅੱਜ ਤੱਕ ਕਰਜ਼ੇ ਦੁਨਿਆਵੀ ਤੇ ਚੜ੍ਹਦੇ ਦੇਖੇ ਸੀ, ਪਰ ਗੁਰੂ ਤੇ ਕਰਜ਼ਾ। ਹਾਲਾਂਕਿ ਆਪਾਂ ਵੀ ਕਹਿੰਦੇ ਆ ਵੀ ਸਰਬੰਸ ਦਾਨੀ ਸਤਿਗੁਰੂ ਜੀ ਤੇਰਾ ਦੇਣਾ ਕੌਣ ਦਊਗਾ, ਜੋ ਤੁਸੀਂ ਸਾਡੇ ਵਾਸਤੇ ਕੀਤਾ। ਪਰ ਕਲਗੀਧਰ ਕੀ ਕਹਿੰਦੇ, ਜਿਹੜਾ ਵੀ ਮੇਰੇ ਗੁਰੂ ਕੇ ਸਿੱਖ ਦੀ ਸੇਵਾ ਕਰੇਗਾ ਉਹਦਾ ਮੇਰੇ ਸਿਰ ਕਰਜ਼ਾ ਰਵੇਗਾ ਤੇ ਮੈਂ ਵਾਹ ਲੱਗਦੀ ਉਹਦਾ ਮੁੱਲ ਮੋੜੂੰਗਾ।
दृष्टांत पता की दिता जी, कहते धरती च एक दाना तू पाया, सिखा धरती च एक दाना पाया ना, ते धरती ने देख सहस गुणा तेनू मोड़िया। वो ब्रिज भाषा थोड़ी जी, सहस गुणा तेनू दिता। ते गुरु परमात्मा उथे जे एक दाना भी पावेगा ते वो ते फिर सर्व शक्तिमान, धरती ते सर्व शक्तिमान नहीं। उथों तेनू किन्ना हिस्सा वापस मुड़ेगा, ये गल कहंदे चेते रखी। बस धरती वाहिगुरु अगे कुछ भी नहीं, पर धरती किड्डी वड्डी परोपकारी है। एक दाना धरती नूं दिता, उन्हें सहस गुणा मोड़िया। ते गुरु ते सर्व शक्तिमान समर्थ आप नारायण, जे ओदे दर ते एक दाना भी लावेगा, किन्ने हज़ारां गुणा कहंदे तेनू मोड़ेगा, तू सोच भी नहीं सकदा। ये बचन करके वो जिहड़ा जिमीदार सी, वो कहंदे वराग करन लग पिया। उन्हें की अरदास की, कहन लगा सच्चे पातशाह तुसी मेरी तुच्छ जी रोटी दी इन्नी उपमा की, जिथे तेरे दर ते सोने दे भांडियां च भोग लगन, पदार्थां दी कमी नहीं, ते तुसी गरीब दी रोटी दी बाजरे दे खेत एक रोटी दी इन्नी महिमा, ते मैं किड्डा वड्डा बेईमान हां, ते तेरे कोलों अपना तन भी लुकाउणा वा, मन भी लुकाउणा वा, ते वाह लगदी आपदा धन भी लुकाउणा तेरे पास। हालांकि तू मेरे बाजरे दी रोटी दी इन्नी उस्तत करदा। ये वो जिमीदार दे हालात नहीं, ये साडे ने जी सारियां दे। असीं अपना तन भी गुरु तो लुकाउंदे, असीं अपना मन भी बेमुख करके रखते हैं, ते पैसा ते असीं लुकाउंदे ही लुकाउंदे आ। इत्थों तक गुरु कोलों भी असीं लुकाउंदे, भावें कि जिहदे विच एडी वड्डी बरकत है। तां उथे उस जिमीदार ने फिर अरदास कीती कि सच्चे पातशाह मेरे हथ भी की, जे आप ही तुसी किरपा करो ते ये तन मन धन तुहाडी सेवा च लगे, नहीं ते नहीं किसे दा लग सकदा। भाई साहब भाई गुरदास साहब जी ने गुरसिखां दी महिमा दे विच एक पूरी आप जी नूं पता है रचना रची है, जिन्हां ने इस शब्द तो आरंभता की कि पंच बार गंग जाए, बार पंच प्राग नहाए। हुण देखो इहदे विच छड्डिया कि 5 वारी भावें गंगा जी का इशनान करे, प्रयागराज माघ के महीने विच इशनान करे, ते इन्ना फल एक सिख की सेवा करन दा भाई साहब ने लिख दिता। फिर वो अगे लिखते ने कि भावें तू अश्वमेध यज्ञ कर, ते अश्वमेध यज्ञ किसी दे वस की गल नहीं। ग्रंथां दे विच लिखिया है कि पांडवां ने कीता सी ते वो भी कंगाल हो गए सी, जो मंगिया सो देना, सोना देना चांदी देनी, इत्थों तक पांडव भी कंगाल हो गए। भावें तू अश्वमेध यज्ञ कर, होगा कोई 100-200 करोड़ तो भी वध ही होगा। फिर महापुरुष बैठे ने बाबा जी, करोड़ां अरबां की गल होगी, वस की गल नहीं किसी। पर इन्ना फल तेनू एक गुरसिख नूं प्रशादा छकाउण दा भी मिलेगा। बोले सो निहाल। तीसरा उन्होंने सूरज ग्रहण का जिक्र किया। अपने लागे कुरुक्षेत्र विच सूरज ग्रहण का मेला बड़ा भारी लगता है। जगत गुरु धन गुरु नानक देव साहब भी गए, कलगीधर महाराज भी गए, राजियां नूं समझाया
ਇਕੱਠੇ ਹੋ, ਅੰਮ੍ਰਿਤ ਛਕੋ। ਤੁਰਕਾਂ ਦੀਆਂ ਜੜ੍ਹਾਂ ਪੁੱਟ ਗਏ ਹਿੰਦੁਸਤਾਨ ਦੇ ਵਿੱਚੋਂ। ਤੁਹਾਡਾ ਰਾਜ ਹੈ, ਵਿਦੇਸ਼ੀ ਬੰਦੇ ਆਣ ਕੇ ਇੱਥੇ ਰਾਜ ਕਰਨ। ਉਹਨਾਂ ਨੇ ਅੱਗੇ ਸ਼ਰਤ ਰੱਖਤੀ, ਅੰਮ੍ਰਿਤ ਛਕਾਂਗੇ, ਪਰ ਇਹਨਾਂ ਨੀਵੀਂ ਜਾਤ ਵਾਲਿਆਂ ਨਾਲ ਨਹੀਂ। ਬਾਟਾ ਵੱਖਰਾ ਹੋਵੇਗਾ ਤੇ ਰੋਟੀ ਵੇਲੇ ਪੰਗਤ ਵੱਖਰੀ ਹੋਵੇਗੀ। ਜੇ ਮਨਜ਼ੂਰ ਹੈ ਤੇ ਅੰਮ੍ਰਿਤ ਛਕਾਂਗੇ। 22 ਧਾਰ ਦੇ ਰਾਜੇ ਇਕੱਠੇ ਹੋਏ। ਸਤਿਗੁਰੂ ਜੀ ਨੇ ਸਾਰਿਆਂ ਨੂੰ ਸਮਝਾਇਆ। ਨਹੀਂ ਉਹਨਾਂ ਦੇ ਗੱਲ ਫਿੱਟ ਬੈਠੀ। ਉਹਨਾਂ ਤੁਹਾਡੇ ਜਿੰਨੇ ਤੁਸੀਂ ਸਿੱਖ ਬੈਠੇ ਤੁਹਾਡਾ ਵਿਰੋਧ ਕੀਤਾ ਕਿ ਜੇ ਇਹਨਾਂ ਨੂੰ ਛਕਾਉਣਾ ਤੇ ਇਹਨਾਂ ਨਾਲ ਫਿਰ ਅਸੀਂ ਛਕਣਾ ਨਹੀਂ। ਉੱਥੇ ਫਿਰ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਉਪਦੇਸ਼ ਵੀ ਉਚਾਰਿਆ, ਜਿਹੜਾ ਆਪਾਂ ਰੋਜ਼ ਪੜ੍ਹਦੇ ਹਾਂ ਕਿ ਸ਼ਰਾਵਕ ਸੁਧ ਸਮੂਹ ਸਿਧਾਨ ਕੇ। ਇਹਨਾਂ ਤੋਂ ਵੱਡੇ ਸੋਧੀ ਤੇ ਨਹੀਂ ਨਾ ਤੁਸੀਂ। ਦੇਖ ਫਿਰਿਓ ਕਰ ਜੋਗ ਜਤੀ ਕੇ। ਜੋਗੀਆਂ ਤੋਂ ਵੱਡੇ ਤਪਸਵੀ ਨਹੀਂ ਤੁਸੀਂ। ਜਤੀਆਂ ਤੋਂ ਬ੍ਰਹਮਚਾਰੀਆਂ ਤੋਂ ਵੱਡੇ ਤੁਸੀਂ ਨਹੀਂ। ਤਾਂ ਸਤਿਗੁਰੂ ਜੀ ਨੇ ਪ੍ਰੇਮ ਦੀ ਮਹਿਮਾ ਗਾਇਨ ਕੀਤੀ ਤੇ ਨਾਲ ਨਾਲ ਕੀ ਉਪਦੇਸ਼ ਦਿੱਤਾ ਵੀ ਤੁਹਾਡੇ ਵਰਗੇ ਸੈਂਕੜੇ ਰਾਜੇ ਇਸ ਦੁਨੀਆ ਤੋਂ ਨੰਗੇ ਪੈਰੀਂ ਤੁਰ ਕੇ ਗਏ, ਜੁੱਤੀ ਵੀ ਨਹੀਂ ਮੌਤ ਨੇ ਪਾਉਣ ਦਿੱਤੀ। ਕਿਹੜਾ ਮਾਣ ਕਰਦੇ ਹੋ। ਇਹ ਉਪਦੇਸ਼ ਆਪਾਂ ਸਤਿਗੁਰੂ ਜੀ ਦਾ ਵਿਰਾਗਮਈ ਰੋਜ਼ ਪੜ੍ਹਦੇ ਵੀ ਮਾਤੇ ਮਤੰਗ ਜਰੇ ਜਰ ਸੰਗ। ਸੋ ਕਹਿਣ ਤੋਂ ਭਾਵ ਕਿ ਕਲਗੀਧਰ ਵੀ ਸੂਰਜ ਗ੍ਰਹਿਣ ਦੇ ਮੇਲੇ 'ਚ ਗਏ, ਕੁਰਕਸ਼ੇਤਰ ਵਿੱਚ ਮਹਾਰਾਜ ਜੀ ਗਏ ਸਮਝਾਉਣ ਵਾਸਤੇ। ਤਾਂ ਉੱਥੇ ਸੂਰਜ ਗ੍ਰਹਿਣ ਦੇ ਵੇਲੇ ਧਾਰਮਿਕ ਗ੍ਰੰਥਾਂ ਮੁਤਾਬਕ ਜਿਹੜਾ ਕੋਈ ਮੰਤਰ ਜਪਿਆ ਜਾਵੇ ਨਾ ਗ੍ਰਹਿਣ ਦੇ ਟਾਈਮ, ਉਹ ਛੇਤੀ ਕਹਿੰਦੇ ਕੰਮ ਕਰਦਾ, ਉਹ ਛੇਤੀ ਸਿੱਧ ਹੁੰਦਾ ਹੈ। ਪਰ ਭਾਈ ਗੁਰਦਾਸ ਸਾਹਿਬ ਜੀ ਨੇ ਤੀਸਰੀ ਉਦਾਹਰਣ ਦਿੱਤੀ ਸੂਰਜ ਗ੍ਰਹਿਣ ਵਾਲੀ ਅਸਮੇਤ ਜਗ ਤੋਂ ਵਾਲੀ, ਕਿ ਭਾਵੇਂ ਉੱਥੇ ਜਾ ਕੇ ਦਾਨ ਕਰ, ਇੰਨਾ ਕਹਿੰਦੇ ਫਲ ਤੈਨੂੰ ਇੱਥੇ ਹੀ ਗੁਰੂ ਕੇ ਸਿੱਖ ਦੀ ਸੇਵਾ ਵਿੱਚ ਹੀ ਪ੍ਰਾਪਤ ਹੋਵੇ। ਅਖੀਰ ਫਿਰ ਉਹਨਾਂ ਨਿਚੋੜ ਕੱਢਿਆ ਵੀ ਕਿਸੇ ਸਾਧੂ ਦੇ 5 ਵਾਰੀ ਦਰਸ਼ਨ ਕੀਤੇ। ਕੋਈ ਪੂਰਨ ਸਾਧੂ ਹੋਵੇ, ਤਪਸਵੀ ਹੋਵੇ, ਜਪੀ ਹੋਵੇ, ਤਪੀ ਹੋਵੇ, ਕਿੱਡਾ ਵੱਡਾ ਫਲ ਹੈ। ਔਰ ਦੂਸਰੇ ਬੰਨੇ ਕੀ ਕਹਿ ਦਿੱਤਾ, ਜੇ ਗੁਰਸਿੱਖ ਦੇ ਦਰਸ਼ਨ ਕੀਤੇ, ਉਹਦੇ ਚਰਨਾਂ ਦੀ ਸੇਵਾ ਕੀਤੀ, ਉਹਦੇ ਜੋੜੇ ਝਾੜੇ, ਉਹਦੀ ਥਕਾਵਟ ਦੂਰ ਕੀਤੀ, ਤੇ ਇੰਨਾ ਫਲ ਕਹਿੰਦੇ ਇੱਕ ਸਿੱਖ ਹੀ ਦੇ ਸਕਦਾ ਵਾ। ਤਾਂ ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਮੈਨੂੰ ਆਪਣੀ ਸੇਵਾ ਦੇ ਵਿੱਚ ਇੱਕ ਗੱਲ ਸਮਝ ਆਈ ਹੈ ਵੀ ਜੇ ਤੁਸੀਂ ਮਹਾਰਾਜ ਤੋਂ ਕੰਮ ਕਰਾਉਣਾ ਚਾਹੁੰਦੇ ਹੋ ਤੇ ਕਿਸੇ ਸਿੱਖ ਨੂੰ ਖੁਸ਼ ਕਰ। ਇਹ ਇੱਕ ਤਰੀਕਾ ਵਾ, ਇੱਕ ਯੁਗਤੀ, ਨਹੀਂ ਤੇ ਉਸ ਸਤਿਗੁਰੂ ਦਾ ਭੇਦ ਕਿਸੇ ਨੇ ਨਹੀਂ ਪਾਇਆ। ਤਾਂ ਧੰਨ ਗੁਰੂ ਰਾਮਦਾਸ ਸਾਹਿਬ ਕੀ ਕਿਰਪਾ ਕਰਦੇ ਨੇ, ਸਤਿਗੁਰ ਕੇ ਜੀ ਕੀ ਸਾਰ ਨਾ ਜਾਣੇ। ਹੁਣ ਦੇਖੋ ਇੱਕ ਦੁਨਿਆਵੀ ਉਦਾਹਰਣ, ਆਪਾਂ ਕਿਸੇ ਮੰਤਰੀ ਤੋਂ ਕੰਮ ਲੈਣਾ, ਕਿਸੇ ਵਿਸ਼ੇਸ਼ ਪਦਵੀ ਵਾਲੇ ਸੱਜਣ ਤੋਂ ਕੰਮ ਲੈਣਾ ਜਿਹਨੂੰ ਕਰਮਾਂ ਨੇ ਸੁਖ ਰੂਪੀ ਫਲ ਦਿੱਤਾ। ਤਾਂ ਸਾਡਾ ਇੱਕ ਸੌਖਾ ਜਿਹਾ ਤਰੀਕਾ ਕੀ ਹੁੰਦਾ, ਇਹਨੂੰ ਖੁਸ਼ ਕਰ ਲਓ, ਇੰਨੀ ਕੁ ਗੱਲ ਹੈ, ਇਹਨੂੰ ਕਿਸੇ ਤਰ੍ਹਾਂ ਖੁਸ਼ ਕਰ ਲਓ, ਕੰਮ ਹੋ ਜਾਏਗਾ। ਚਲੋ ਖੁਸ਼ ਆਪਾਂ ਯਤਨ ਕਰਦੇ ਆਂ ਤੇ ਉਹ ਕਈ ਵਾਰੀ ਸਾਡੀ ਮਿਹਨਤ ਸਿਰੇ ਵੀ ਚੜਦੀ, ਉਹ ਖੁਸ਼ ਹੋ ਜੇ ਤੇ ਸਾਡਾ ਕੰਮ ਹੋ ਜਾਂਦਾ ਜੀ। ਤਾਂ ਇਸੇ ਤਰ੍ਹਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਠੀਕ ਹੈ ਦੁਨਿਆਵੀ ਹੈ, ਇੱਧਰ ਕੌਣ ਹੈ ਸੱਚਾ ਪਾਤਸ਼ਾਹ, ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ ਜੀ ਦਾ ਰਾਜ ਕਦੀ ਖਤਮ ਨਹੀਂ ਹੋਣਾ। ਭਾਵੇਂ ਕਿ ਸੱਚ ਦੀ ਸਪੀਡ ਬਹੁਤ ਸਲੋ, ਪਰ ਉਮਰ ਬਹੁਤ ਵੱਡੀ ਹੈ, ਇੱਥੋਂ ਤੱਕ ਕਿ ਇਹ ਮਰਦਾ ਹੀ ਨਹੀਂ।
ਦੇਖੋ ਤੁਸੀਂ ਸਾਰੇ ਧਰਮਾਂ ਦੀ ਉਦਾਹਰਨ ਲਈਏ ਫਿਰ, ਜਦੋਂ ਹਜ਼ਰਤ ਈਸਾ ਨੂੰ ਸੂਲੀ ਚੜਾਇਆ, ਚੰਡੀਗੜ੍ਹ ਵਾਲੇ ਸੱਜਣ ਇੱਥੇ ਤੁਸੀਂ ਸਾਰੇ ਬੈਠੇ ਹੋ, ਤੁਹਾਡੇ ਨਾਲ ਤੇ ਬਹੁਤੀ ਜੁੜਦੀ ਹੈ, ਸਾਰੀ ਸੁਣਾਉਂਦੇ ਆ, ਸੈਕਟਰਾਂ ਦੀ ਗਿਣਤੀ ਕਰਦੇ। ਜਦੋਂ ਹਜ਼ਰਤ ਈਸਾ ਨੂੰ ਸੂਲੀ ਚੜਾਇਆ ਕਿੰਨੇ ਚੇਲੇ ਸੀ, ਤੇ ਕੀ ਕਰੀਏ ਸੁੱਖ ਦੇ ਨਾਲ ਸਾਰੇ ਮੁੱਕਰ ਗਏ, ਇੱਕ ਵਾਰੀ ਨਿਕਲਿਆ। ਉਹ ਕਹਿੰਦੇ ਜਾਣਦੇ ਹੀ ਨਹੀਂ ਇਹ ਬੰਦਾ ਕੌਣ, ਅਸੀਂ ਤੇ ਮੱਛੀਆਂ ਫੜਨਾ। ਸਾਰੀ ਉਮਰ ਜਿਹਦੇ ਨਾਲ ਰਹਿੰਦੇ ਰਹੇ, ਜਿਹਦੇ ਤੋਂ ਖਾਂਦੇ ਰਹੇ, ਜਿਹਦੇ ਤੋਂ ਅਰਦਾਸਾਂ ਕਰਾਉਂਦੇ ਰਹੇ, ਜਿਹਨੂੰ ਕਹਿੰਦੇ ਰਹੇ ਵੀ ਤੂੰ ਗੁਰੂ ਤੇ ਅਸੀਂ ਤੇਰੇ ਸਿੱਖ, ਅੱਜ ਲੋੜ ਪਈ ਤੇ 13 ਦੇ 13 ਹੀ ਬੇਮੁਖ ਹੋ ਗਏ। ਫਰਕ ਤੇ ਹੈ ਕਿ ਨਹੀਂ ਜੀ? ਕਿੰਨੇ ਕਿੰਨੇ ਆਚਾਰੀਆ ਹੋਏ, ਭਗਤ ਹੋਏ, ਸੰਤ ਹੋਏ, ਬ੍ਰਹਮ ਗਿਆਨ ਵਿੱਚ ਕੋਈ ਫਰਕ ਨਹੀਂ ਹੈ। ਰੱਬ ਸਭ ਨੂੰ ਬਰਾਬਰ ਮਿਲਿਆ, ਪਰ ਕੰਮਾਂ ਦੇ ਵਿੱਚ ਬਹੁਤ ਫਰਕ ਹੈ। ਜਿਹੜੇ ਕੰਮ ਕਲਗੀਧਰ ਕਰ ਗਿਆ ਉਹ ਨਹੀਂ ਹੋਣੇ ਕਿਸੇ ਤੋਂ। ਗੱਜ ਕੇ ਬੋਲੇ ਸੋ ਨਿਹਾਲ। ਉਹਨਾਂ ਦੇ ਮੱਤ ਚੱਲੇ। ਇੱਕ ਸੌਖੀ ਜੀ ਦਲੀਲ ਦਾਸ ਅੱਗੇ ਵੀ ਦਿੰਦਾ, ਅੱਜ ਵੀ ਬੇਨਤੀ ਕਰੇਗਾ ਜੀ, ਜੇ ਗੁਰੂ ਪੂਰਾ ਤੇ ਸਿੱਖ ਵੀ ਪੂਰਾ। ਜੇ ਗੁਰੂ ਸਾਹਿਬ ਨੇ ਆਪਣਾ ਸੀਸ ਲਵਾਇਆ ਤੇ ਸੀਸ ਫਿਰ ਸਿੱਖਾਂ ਨੇ ਵੀ ਆਪਣੇ ਲਵਾ ਲਏ। ਜੇ ਧੰਨ ਗੁਰੂ ਅਰਜਨ ਦੇਵ ਸਾਹਿਬ ਤੱਤੀ ਲੋਹ ਤੇ ਬੈਠੇ, ਪਾਣੀ 'ਚ ਉਬਾਲੇ ਗਏ, ਤੇ ਦੇਖੋ ਸਿੱਖ ਵੀ ਪੂਰਾ। ਭਾਈ ਦਇਆਲਾ ਵੀ ਅੱਜ ਪਾਣੀ 'ਚ ਉਬਲ ਗਿਆ। ਕਿਉਂ? ਪਹਿਲਾਂ ਗੁਰੂ ਸਾਹਿਬ ਉਬਲ ਚੁੱਕੇ। ਜੇ ਗੁਰੂ ਪੂਰਾ ਵਾ ਤੇ ਨਿੱਕੀ ਜੀ ਇੱਕ ਦਲੀਲ ਤਰਕ, ਜੇ ਗੁਰੂ ਪੂਰਾ ਹੋਊਗਾ ਤੇ ਸਿੱਖ ਵੀ ਪੂਰਾ ਹੀ ਹੋਊਗਾ। ਅੱਜ ਪੰਜਾਬ ਦੇ ਵਿੱਚ ਕਿੰਨੇ ਗੁਰੂ ਨੇ? ਹਿੰਦੁਸਤਾਨ 'ਚ ਕਿੰਨੇ ਗੁਰੂ ਨੇ? ਕੋਈ ਕਹਿੰਦਾ ਮੇਰੇ ਸਿੱਖਾਂ ਦੀ ਗਿਣਤੀ 30 ਕਰੋੜ, ਤੇ ਕੋਈ ਦਾਵਾ ਕਰਦਾ ਮੈਂ 60 ਕਰੋੜ ਬੰਦੇ ਨੂੰ ਨਾਮ ਵੰਡ ਚੁੱਕਾ। ਨਾਮ ਜਪਣਾ ਜਪਾਉਣਾ ਕੋਈ ਮਾੜੀ ਗੱਲ ਨਹੀਂ। ਚਲੋ 30 ਕਰੋੜ ਦੇ ਵਿੱਚੋਂ ਇੱਕ ਵੀ ਭਾਈ ਮਨੀ ਸਿੰਘ ਵਰਗਾ ਨਹੀਂ ਨਿਕਲਿਆ ਜਿਹੜਾ ਬੰਦ ਕਟਵਾਵੇ। ਇਹ ਕੋਈ ਆਪਾਂ ਨਿੰਦਿਆ ਨਹੀਂ ਕਰ ਰਹੇ, ਇੱਕ ਵਿਚਾਰ। 60 ਕਰੋੜ ਦੇ ਵਿੱਚੋਂ ਇੱਕ ਵੀ ਬੰਦਾ ਨਹੀਂ ਨਿਕਲਿਆ ਜਿਹੜਾ ਬਾਬਾ ਦੀਪ ਸਿੰਘ ਵਾਂਗ। ਵੇਖੋ ਗੁਰੂ ਪੂਰੇ ਦੀ ਕਿਰਪਾ। ਗੁਰੂ 9ਵੇਂ ਪਾਤਸ਼ਾਹ ਕਹਿੰਦੇ ਮੈਂ ਸਿਰਫ ਸੀਸ ਲਵਾਇਆ, ਪਰ ਜਿਹੜਾ ਮੇਰਾ ਸਿੱਖ ਆ ਉਹਨੂੰ ਏਡਾ ਮਾਣ ਦਊਗਾ ਉਹ ਸੀਸ ਲਵਾ ਕੇ ਦੁਬਾਰਾ ਚੁੱਕ ਲਵੇ। ਪੂਰੇ ਗੁਰੂ ਦੀ ਕਿਰਪਾ ਵੇਖੋ। ਆਪਣੇ ਤੋਂ ਵੱਧ ਆਪਣੇ ਸਿੱਖ ਨੂੰ ਮਾਣ ਦਿੱਤਾ। ਐਸੀ ਕਿਰਪਾ ਸੱਚੇ ਪਾਤਸ਼ਾਹ ਨੇ ਕੀਤੀ। ਤੇ ਧਾਰਮਿਕ ਗ੍ਰੰਥ ਵਿਸ਼ੇ ਨੂੰ ਥੋੜਾ ਜਿਹਾ ਸੰਕੋਚੀਏ। ਧਾਰਮਿਕ ਗ੍ਰੰਥ ਕੀ ਕਹਿੰਦੇ ਆ? ਹਿੰਦੁਸਤਾਨ ਦੇ ਪ੍ਰਸਿੱਧ ਮਹਾਂਪੁਰਸ਼ ਭਰਤਰੀ ਹਰੀ, ਉਹਨਾਂ ਨੇ ਜੀ ਬੜਾ ਸੋਹਣਾ ਇੱਕ ਆਪਣੇ ਗ੍ਰੰਥ ਦੇ ਵਿੱਚ ਲਿਖਿਆ। ਬਾਬਾ ਜੀ ਮਹਾਂਪੁਰਸ਼ਾਂ ਦੇ ਬੇਟੇ ਭਾਈ ਗੁਰਪ੍ਰੀਤ ਸਿੰਘ ਜੀ, ਉਹਨਾਂ ਨਾਲ ਮੈਂ ਵਿਚਾਰ ਕਰਦਾ ਪਿਆ ਸੀ ਕਿ ਸੁਭਾਅ ਉੱਤੇ ਕਿੰਤੂ ਨਹੀਂ ਹੁੰਦਾ। ਸੁਭਾਅ ਤੋਂ ਵਿਪਰੀਤ ਗੱਲ ਹੋਵੇ ਤੇ ਕਿੰਤੂ ਕਰਨਾ ਚਾਹੀਦਾ, ਜਿਹਨੂੰ ਆਪਾਂ ਪ੍ਰਸ਼ਨ ਚਿੰਨ ਕਹਿੰਦੇ ਨਾ। ਪ੍ਰਸ਼ਨ ਚਿੰਨ ਇਹ ਕਿੱਥੇ ਲਾਉਣਾ ਵਾ? ਜਿਹੜੀ ਗੱਲ ਸੁਭਾਅ ਤੋਂ ਉਲਟ ਹੋਵੇ। ਤੇ ਸਾਡੇ ਭਰਾ ਕਿੱਥੇ ਲਾਉਂਦੇ ਪਏ ਆ? ਜਿਹੜਾ ਗੁਰੂ ਸਭ ਕੁਝ ਕਰ ਸਕਦਾ ਉੱਥੇ ਲਾਉਂਦੇ ਪਏ। ਹਾਲਾਂਕਿ ਗੁਰੂ ਦਾ ਸੁਭਾਅ ਹੀ ਆ ਜੀ, ਪ੍ਰਭ ਭਾਵੈ ਬਿਨ। ਹਾਂ, ਜੇ ਬੰਦੇ ਦੀ ਗੱਲ ਹੋਵੇ ਤੇ ਕਿੰਤੂ ਕਰੋ ਵੀ ਕਿਦਾਂ। ਇੱਥੇ ਤੇ ਰੱਬ ਦੀ ਗੱਲ ਆ ਗਈ।
ਰੱਬ ਚਾਹੇ ਤੇ ਸਾਹਾਂ ਤੋਂ ਬਿਨਾ ਵੀ ਰੱਖੇ। ਪਰਮੇਸ਼ਰ ਦੀ ਗੱਲ ਆ ਗਈ ਨਾ ਜੀ, ਬੰਦੇ ਦੀ ਨਹੀਂ ਰਹੀ। ਤਾਂ ਭਾਈ ਗੁਰਪ੍ਰੀਤ ਸਿੰਘ ਜੀ ਵਿਚਾਰ ਚੱਲਦੀ ਪਈ ਸੀ, ਪ੍ਰੇਮ ਕਰਦੇ ਨੇ। ਸਤਿਗੁਰੂ ਇਹਨਾਂ ਤੇ ਕਿਰਪਾ ਰੱਖੇ। ਭਾਈ ਹਰਪ੍ਰੀਤ ਸਿੰਘ ਜੀ ਤੇ ਮੇਰੇ ਸਤਿਕਾਰਯੋਗ ਭਾਈ ਗੁਰਕਮਲ ਸਿੰਘ ਜੀ, ਗੁਰਕਿਰਪਾਲ ਸਿੰਘ ਜੀ ਮੈਨੂੰ ਵਿਦੇਸ਼ ਦੇ ਵਿੱਚ ਮਿਲੇ, ਇੱਥੇ ਵੀ ਆਏ। ਇੱਥੇ ਵੀ ਉਹਨਾਂ ਨੇ ਦਾਸ ਦੇ ਨਾਲ ਮੈਨੂੰ ਸੱਦਿਆ ਫੋਨ ਕਰਕੇ, ਬੜਾ ਪ੍ਰੇਮ ਕੀਤਾ। ਉਧਰ ਬਾਹਰ ਵੀ ਉੱਥੇ ਗੁਰਮਤਿ ਸਮਾਗਮਾਂ ਵਿੱਚ ਬੜਾ ਸਾਥ ਦਿੰਦੇ ਨੇ। ਨਾਸਤਕਾਂ ਦੇ, ਗੁਰ ਦੋਖੀਆਂ ਦੇ, ਗੁਰ ਨਿੰਦਕਾਂ ਦੇ ਮੂੰਹ ਵੀ ਪਾਉਂਦੇ ਨੇ। ਸੁਭਾਅ ਤੇ ਕਿੰਤੂ ਨਹੀਂ ਹੁੰਦਾ। ਜੇ ਕਰੋਗੇ ਤਾਂ ਐਵੇਂ ਮਿਹਨਤ ਫਜ਼ੂਲ ਜਾਵੇਗੀ, ਕਿਉਂ? ਅਗਲੇ ਦਾ ਸੁਭਾਅ ਹੀ, ਉਹਦਾ ਫਾਇਦਾ ਨਹੀਂ ਹੋਣਾ। ਆਪ ਬਦਲਣਾ ਪੈਣਾ ਆਪਣੇ ਆਪ। ਮੰਨ ਲਓ ਚੰਦਨ ਹੈ, ਚੰਦਨ ਦੇ ਵਿੱਚੋਂ ਦੁਰਗੰਧੀ ਆਉਂਦੀ ਹੈ, ਇੱਥੇ ਕੀ ਲੱਗੇਗਾ? ਕੁਐਸਚਨ ਮਾਰਕ ਲੱਗੇਗਾ ਕਿ ਨਹੀਂ? ਕਿਉਂ? ਸੁਭਾਅ ਤੋਂ ਉਲਟ ਗੱਲ ਹੋ ਗਈ ਵੀ ਚੰਦਨ ਚ ਸੁਗੰਧੀ ਤੇ ਆਉਂਦੀ ਸੀ। ਇਹ ਦੁਰਗੰਧੀ ਵਾਲੀ ਗੱਲ ਸਮਝ ਤੋਂ ਪਰੇ ਹੈ। ਜਾਂ ਫਿਰ ਇਹ ਕਲਯੁਗ ਵਾਲੀ ਚੰਦਨ ਹੋਊਗੀ, ਉਹ ਨਹੀਂ ਹੋਣੀ ਫਿਰ। ਅੱਛਾ, ਨਿੰਮ ਬਹੁਤ ਮਿੱਠੀ ਆ, ਇੱਥੇ ਪ੍ਰਸ਼ਨ ਚਿੰਨ ਲੱਗੇਗਾ। ਕਿਉਂ? ਇਹ ਸੁਭਾਅ ਤੋਂ ਵਿਪਰੀਤ ਗੱਲ ਹੋ ਗਈ। ਨਹੀਂ ਸੱਜਣਾ, ਨਿੰਮ ਕੌੜੀ ਹੈ, ਨਾ ਤੂੰ ਮਿੱਠੀ ਕਰ ਸਕਦਾ ਨਾ ਮੈਂ ਮਿੱਠੀ ਕਰ ਸਕਦਾ। ਇਹ ਮਾਲਕ ਨੇ ਹੀ ਇਦਾਂ ਦੀ ਬਣਾਈ ਹੈ। ਉਹ ਵੱਖਰੀ ਗੱਲ ਆ ਕਿ ਇਹਦੀ ਕੁੜੱਤਨ ਦੇ ਵਿੱਚ ਵੀ ਅਰੋਗਤਾ, ਉਹ ਵੱਖਰੀ ਗੱਲ। ਸਤਿਗੁਰੂ ਜੀ ਨੇ ਇਹਦੇ ਉੱਤੇ ਪੂਰਾ ਸ਼ਬਦ ਲਿਖਿਆ ਵਾ ਜੀ ਬਾਣੀ 'ਚ। ਹੰਸ ਭਲੇਖੇ ਨਾਲ ਛੱਪੜ ਦੇ ਕੰਢੇ ਤੇ ਉਤਰ ਗਿਆ ਤੇ ਲੋਕਾਂ ਨੂੰ ਸ਼ੱਕ ਹੋ ਗਿਆ ਵੀ ਹੰਸ ਨਹੀਂ ਆ, ਉਦਾਂ ਚਿੱਟੇ ਕੱਪੜੇ ਪਾਈ ਫਿਰਦਾ, ਬਗਲਾ ਹੋਣਾ। ਪਰ ਹੈ ਤਾਂ ਹੰਸ ਸੀ। ਚਲੋ ਭਲੇਖੇ ਨਾਲ ਉਤਰ ਗਿਆ। ਅੱਜ ਕੱਲ ਛੱਪੜ ਹੀ ਇੰਨੇ ਸੋਹਣੇ ਬਣੇ ਪਏ ਆ, ਸਰੋਵਰ ਤੇ ਕਿਸੇ ਨੇ ਕੀ ਜਾਣਾ। ਜਦੋਂ ਅਸੀਂ ਕਿਸੇ ਪਿਆਸੇ ਨੂੰ ਸਾਫ਼ ਪਾਣੀ ਨਹੀਂ ਦੇਵਾਂਗੇ, ਅਗਲਿਆਂ ਨੇ ਤੇ ਗੰਦਾ ਵੀ ਪੀ ਲੈਣਾ। ਜਦੋਂ ਅਸੀਂ ਕਿਸੇ ਨੂੰ ਅੰਮ੍ਰਿਤ ਨਹੀਂ ਛਕਾਉਣਾ, ਕਿਸੇ ਨੂੰ ਨਾਮ ਦੀ ਸਿੱਖਿਆ ਨਹੀਂ ਦੇਣੀ, ਗੁਰੂ ਸਾਹਿਬ ਦੀ ਮਹਿਮਾ ਹੀ ਨਹੀਂ ਸੁਣਾਉਣੀ, ਅਗਲਿਆਂ ਨੇ ਦੂਸਰਿਆਂ ਦੇ ਡੇਰੇ ਜਾਣਾ ਹੀ ਜਾਣਾ। ਤੁਹਾਨੂੰ ਕਾਹਦਾ ਗੁੱਸਾ? ਅਗਲੇ ਨੂੰ ਪਿਆਸ ਲੱਗੀ, ਉਹਨੇ ਬੁਝਾਉਣੀ, ਕਿਤੋਂ ਬੁਝੇ ਅਗਲੇ। ਤਾਂ ਗੁਰਬਾਣੀ ਕਹਿੰਦੀ ਹੈ ਕਿ ਹੰਸ ਭਲੇਖੇ ਨਾਲ ਛੱਪੜ ਦੇ ਕੰਢੇ ਤੇ ਉਤਰ ਗਿਆ। ਤੇ ਫਿਰ ਸਵਾਲ ਹੋ ਗਏ, ਪਰ ਅੱਗੇ ਜਵਾਬ ਆਇਆ ਵੀ ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੁਧ ਰਾਖਾ। ਨਹੀਂ ਪਤਾ ਦੁਨੀਆ ਨੂੰ ਕਿ ਹੰਸ ਦਾ ਸੁਭਾਅ ਨਹੀਂ। ਇਦਾਂ ਦੀ ਵਿਚਾਰ ਭਰਤਰੀ ਹਰੀ ਨੇ ਲਿਖੀ ਹੈ। ਉਹ ਲਿਖਦੇ ਨੇ ਕਿ ਕੁਪਿਤ ਵਿਧਾਤਾ ਹੰਸस्य, ਵਿਧਾਤਾ ਜੀ ਹੰਸ ਤੇ ਨਾਰਾਜ਼ ਹੋ ਗਏ। ਅੰਬ ਭੋਜਨੀ ਵਨ ਵਿਹਾਰ ਵਿਲਾਸਮ ਨਿਤਰਾਮ ਏਵ ਹੰਤੀ। ਨਾਰਾਜ਼ ਹੋ ਕੇ ਵਿਧਾਤਾ ਜੀ ਨੇ, ਵਿਧਾਤਾ ਜੀ ਸਮਝਦੇ ਨਾ ਬ੍ਰਹਮਾ ਜੀ ਜਿਹੜਾ ਲੇਖ ਲਿਖਦਾ ਹੈ, ਉਹ ਨਾਰਾਜ਼ ਹੋ ਗਏ ਕਿਸੇ ਗੱਲੋਂ ਵੀ ਜਿੰਨਾ ਸਵਾਦ ਇਹ ਹੰਸ ਲੈਂਦਾ ਨਾ, ਜਿੱਡਾ ਸੁਖ, ਜਿੱਡਾ ਆਨੰਦ, ਜਿੰਨਾ ਰਾਸ ਇਹਨੂੰ ਆ, ਤੇ ਜਿੰਨਾ ਸਤਿਕਾਰ ਲੋਕ ਇਹਨੂੰ ਦਿੰਦੇ। ਬ੍ਰਹਮ ਗਿਆਨੀ ਨੂੰ ਹੰਸ ਕਹਿੰਦੇ, ਪਰਮ ਹੰਸ ਕਹਿ ਕੇ ਸਤਿਕਾਰ ਕਰਦੇ ਬ੍ਰਹਮ ਗਿਆਨੀ। ਤਾਂ ਵਿਧਾਤਾ ਜੀ ਹੰਸ ਤੇ ਗੁੱਸੇ ਹੋ ਗਏ ਕਿ ਤੂੰ ਮੇਰੀ ਮਹਿਮਾ ਘਟਾਈ ਜਾਂਦਾ, ਮੈਨੂੰ ਲੋਕ ਮੰਨਦੇ ਨਹੀਂ, ਤੇਰੇ ਅਗਲਾ ਨਾਂ ਲੈ ਲੈ ਕੇ ਤੇਰੀ ਸਿਫਤ ਕਰਦੇ ਵੀ ਹੰਸ ਆਇਆ, ਪਰਮ ਹੰਸ ਆਏ ਨੇ, ਸੰਤ ਆਏ ਨੇ, ਬ੍ਰਹਮ ਗਿਆਨੀ ਆਏ। ਤਾਂ ਕੁਪਿਤੋ ਵਿਧਾਤਾ ਹੰਸस्य ਅੰਬ ਭੋਜਨੀ ਵਨ ਵਿਹਾਰ ਵਿਲਾਸਮ ਨਿਤਰਾਮ ਏਵ ਹੰਤੀ। ਜਿਹੜੇ ਉਹਦੇ ਅੰਬ ਭੋਜੀ ਵਨ ਵਿਹਾਰ ਸੀ ਨਾ, ਦੁੱਧ ਪੀਣਾ, ਬਗੀਚਿਆਂ ਦੀਆਂ ਸੈਰਾਂ ਕਰਨੀਆਂ, ਮਾਨ ਸਰੋਵਰ ਦੇ ਮੋਤੀ ਚੁਗਣੇ, ਇਸ ਆਨੰਦ ਤੋਂ ਦੁਖੀ ਹੋ ਗਏ। ਉਹਨਾਂ ਨੇ ਇੱਕ ਲੇਖ ਲਿਖਤਾ ਵੀ ਇਹਨੂੰ ਪਿੰਜਰੇ 'ਚ ਪਾ ਦਿਓ। ਲਿਖਣਾ ਹੀ ਸੀ,
ਉਹ ਪਿੰਜਰੇ 'ਚ ਕੈਦ ਹੋ ਗਿਆ, ਬਹਾਨਾ ਬਣ ਗਿਆ। ਪਰ ਇੱਕ ਗੱਲ ਭਰਤਰੀ ਹਰੀ ਕਹਿੰਦੇ ਆ ਬ੍ਰਹਮਾ ਜੀ ਵੀ ਨਹੀਂ ਦੂਰ ਕਰ ਸਕੇ, ਉਹ ਕੀ? ਉਹਦਾ ਸੁਭਾਅ। ਕਿਹੜਾ ਸੁਭਾਅ? ਤਾਂ ਉਹ ਲਿਖਦੇ ਨੇ ਵੀ ਜਲ ਭੇਦ ਵਿਦੋ, ਜਿਹੜੀ ਜਲ ਭੇਦ ਵਿਧੀ ਆ ਨਾ, 5 ਸਾਲ ਉਹਨੂੰ ਪਿੰਜਰੇ 'ਚ ਰੱਖਿਆ ਵੀ ਤੂੰ ਸੁਭਾਅ ਛੱਡ। ਉਹਨੇ ਸੁਭਾਅ ਨਹੀਂ ਛੱਡਿਆ। 5 ਸਾਲਾਂ ਬਾਅਦ ਜਦੋਂ ਪਾਣੀ ਰਲਾ ਕੇ ਦੁੱਧ ਉਹਦੇ ਅੱਗੇ ਰੱਖਿਆ, ਉਹਨੇ ਫੇਰ ਵੱਖਰਾ ਕਰ। ਮਤਲਬ ਕੀ? ਕਿ ਪ੍ਰਕਿਰਤੀ ਸਿੱਧ ਸੁਭਾਅ ਨਹੀਂ ਕੋਈ ਛੱਡ ਸਕਦਾ। ਤੇ ਪ੍ਰਸ਼ਨ ਚਿੰਨ ਕਿੱਥੇ ਹੁੰਦਾ ਹੈ? ਜਦੋਂ ਅਸੀਂ ਆਪਣਾ ਸੁਭਾਅ ਛੱਡਦੇ ਹਾਂ ਜੀ। ਸਾਡੇ ਵੱਡਿਆਂ ਨੇ ਖੋਪਰੀ ਲੁਹਾ ਲਈ, ਤੇ ਜਦੋਂ ਤੁਸੀਂ ਕੇਸਾਂ ਨੂੰ ਕੈਂਚੀ ਲਵਾਓਗੇ ਤੇ ਉਂਗਲਾਂ ਤੇ ਹੋਣਗੀਆਂ ਹੀ ਆ, ਫਿਰ ਗੁੱਸਾ ਕਾਹਦਾ ਕਰਦੇ ਹੋ? ਫਿਰ ਨਾਰਾਜ਼ਗੀ ਕਾਹਦੀ? ਕਿਉਂ? ਸੁਭਾਅ ਤੋਂ ਉਲਟ ਗੱਲ ਹੋ ਗਈ। ਤਾਂ ਚਲੋ ਰਹੋ ਵਿਚਾਰ, ਸੇਵਾ ਦੇ ਵਿੱਚ ਐਡਾ ਵੱਡਾ ਫਲ ਕਿ ਪ੍ਰਕਿਰਤੀ ਸਿੱਧ ਸੁਭਾਅ ਨਹੀਂ ਬਦਲਦਾ। ਪਰ ਗੁਰੂ ਗ੍ਰੰਥ ਸਾਹਿਬ 'ਚ ਇੱਕ ਗੱਲ ਕਮਾਲ ਦੀ ਲਿਖੀ, ਉਹ ਕਹਿੰਦੇ ਠੀਕ ਹੈ ਦੇਵਤੇ ਨਹੀਂ ਬਦਲ ਸਕਦੇ, ਪਰ ਗੁਰੂ ਚਾਹਵੇ ਤੇ ਸਭ ਕੁਝ ਬਦਲ ਜਾਂਦਾ। ਉੱਥੇ ਫਿਰ ਇੱਕ ਸ਼ਬਦ ਲਿਖਿਆ, ਸੀਹਾਂ ਬਾਜਾਂ ਚਰਗਾਂ ਕੁਹੀਆਂ ਇਹਨਾਂ ਖਵਾਲੇ ਘਾਓ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ, ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਕੀੜਾ ਥਾਪ। ਇਹ ਵੀ ਤੁਕਾਂ ਲਾ ਲਓ ਜੀ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ। ਦੇਖੋ ਇਹਦਾ ਮਤਲਬ ਕੀ? ਗੁਰੂ ਪਰਮੇਸ਼ਰ ਦਾ ਰੁਤਬਾ ਸਭ ਤੋਂ ਵੱਡਾ, ਗੁਰੂ ਪਰਮੇਸ਼ਰ ਸਭ ਤੋਂ ਉੱਚਾ ਹੈ, ਸਭ ਤੋਂ ਸੁੱਚਾ ਹੈ। ਤੇ ਵਿਸਾਖੀ ਵੀ ਇਸੇ ਗੱਲ ਨਾਲ ਸੰਬੰਧਿਤ ਆ। ਤੁਸੀਂ ਪੜ੍ਹਦੇ ਨਾ, ਜਿਨ ਕੀ ਜਾਤ ਗੋਤ ਕੁਲ ਵਾਹੀ, ਸਰਦਾਰੀ ਨਾ ਭਈ ਕਦਾਹੀ। ਠੀਕ ਹੈ ਨਾ ਜੀ? ਸੁਭਾਅ ਨਹੀਂ ਬਦਲਿਆ ਗਿਆ। 700 ਸਾਲ ਸੁਭਾਅ ਨਹੀਂ ਬਦਲਿਆ ਗਿਆ, 1000 ਸਾਲ ਸੁਭਾਅ ਨਹੀਂ ਬਦਲਿਆ ਗਿਆ। ਫਿਰ ਭਾਈ ਗੁਰਦਾਸ ਜਿਹੜੇ ਦੂਸਰੇ ਹੋਏ, ਭਾਈ ਗੁਰਦਾਸ ਸਿੰਘ ਜੀ ਕਹਿੰਦੇ ਇੱਕ ਮਰਦ ਦੁਨੀਆ 'ਚ ਆਇਆ। ਉਹਨਾਂ ਨੇ ਆਪਣੀ ਬਾਣੀ 'ਚ ਸਿਰਫ ਕਲਗੀਧਰ ਜੀ ਨੂੰ ਮਰਦ ਦਾ ਖਿਤਾਬ ਦਿੱਤਾ ਕਿ ਵਹਿ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ। ਇੱਕ ਮਰਦ ਆਇਆ ਦੁਨੀਆ 'ਚ, ਕਿਹੜਾ? ਜਿਹਨੇ ਕਹਿੰਦੇ ਸੁਭਾਅ ਹੀ ਪਲਟਤਾ ਫੜ। ਜਿਨ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ। ਏਡਾ ਵੱਡਾ ਸੁਭਾਅ ਸਾਡੇ ਸਤਿਗੁਰੂ ਜੀ ਨੇ ਬਦਲਿਆ, ਸਾਡੇ ਤੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਹੁਣ ਇਹ ਕੋਈ ਉਦਾਹਰਣ ਆਪਾਂ ਹਰ ਵਾਰੀ ਵਿਸਾਖੀ ਤੇ ਬੋਲਦੇ ਹਾਂ। ਹੁਣ ਦੱਸੋ ਜੀ, ਚਿੜੀਆਂ ਕਿੱਥੋਂ ਬਾਜਾਂ ਨਾਲ ਲੜ ਪੈਣਗੀਆਂ? ਚਿੜੀਆਂ ਬਾਜਾਂ ਨੂੰ ਹਰਾ ਦੇਣ, ਇਹ ਕਿਸ ਤਰ੍ਹਾਂ ਹੋਵੇਗਾ? ਪਰ ਭਾਈ ਗੁਰਦਾਸ ਸਿੰਘ ਜੀ ਕਹਿੰਦੇ ਨੇ ਕਿ ਇੱਕ ਮਰਦ ਅਗੰਬੜਾ ਸੰਸਾਰ 'ਚ ਇਹੋ ਜਿਹਾ ਆਇਆ ਕਿ ਜਿਨਨੇ ਚਿੜੀਆਂ ਤੋਂ ਬਾਜ ਤੜਾਤੇ, ਇੱਥੋਂ ਤੱਕ ਗਿੱਦੜਾਂ ਤੋਂ ਸ਼ੇਰ ਜਿਨਨੇ ਬਣਾ ਦਿੱਤੇ। ਸੋ ਦਾਸ ਬਹੁਤਾ ਸਮਾਂ ਨਾ ਲਵੇ, ਆਪ ਸਾਰੀਆਂ ਹੀ ਸੰਗਤਾਂ ਦਾ ਜਿੱਥੇ ਤਹਿ ਦਿਲੋਂ ਧੰਨਵਾਦ। ਉੱਥੇ ਮੇਰੇ ਅਤੀ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲੇ, ਜਿਨ੍ਹਾਂ ਦੇ ਅਸੀਂ ਨਿੱਕੇ ਹੁੰਦੇ ਵੀ ਦਰਸ਼ਨ ਕੀਤੇ। ਸਾਡੇ ਉੱਥੇ ਲਾਗੇ ਹੀ ਸ੍ਰੀ ਗੋਇੰਦਵਾਲ ਸਾਹਿਬ, ਉਹਦੇ ਨਾਲ ਹੀ ਇੱਕ ਛੋਟਾ ਜਿਹਾ ਕਸਬਾ ਫਤਿਆਬਾਦ, ਉੱਥੇ ਮਹਾਂਪੁਰਸ਼ਾਂ ਦੇ ਦੀਵਾਨ ਸੀ। ਤੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਵੀ ਬਾਬਾ ਜੀ ਵੀ ਜੇ ਸਮਾਂ ਹੋਵੇ ਤੇ ਮੁੰਡੇ ਪਿੰਡ ਵੀ ਰਾਤ ਦਾ ਦੀਵਾਨ ਲਾਓ। ਸ਼ਾਇਦ ਮਹਾਂਪੁਰਖਾਂ ਨੂੰ ਯਾਦ ਨਾ ਹੋਵੇ, ਤਾਂ ਉਹ ਸਾਰੀ ਸੰਗਤ ਗਈ ਤੇ ਬੇਨਤੀ ਕੀਤੀ। ਫਿਰ ਬਹੁਤ ਵੱਡਾ ਇਕੱਠ
ਕਿਉਂ ਜ਼ਿਆਦਾਤਰ ਮਾਝੇ ਦੇ ਇਲਾਕੇ ਵਿੱਚ ਜਿਹੜੀ ਸੰਗਤ ਹੈ ਉਹ ਕਵੀਸ਼ਰਾਂ ਨੂੰ ਸੁਣਦੀ ਹੈ ਜਾਂ ਕਥਾਵਾਚਕਾਂ ਨੂੰ ਸੁਣਦੀ। ਏਡਾ ਵੱਡਾ ਇਕੱਠ ਉਦੋਂ ਬੜਾ ਮਾਇਨੇ ਰੱਖਦਾ ਸੀ ਤੇ ਤਕਰੀਬਨ ਉਹ 2-4 ਕਿੱਲਿਆਂ 'ਚ ਬੜਾ ਵੱਡਾ ਇਕੱਠ ਹੋਇਆ, ਵਿੱਚੇ ਲੰਗਰ, ਵਿੱਚੇ ਸੰਗਤ। ਮਹਾਂਪੁਰਸ਼ ਸੱਚਖੰਡ ਵਾਸੀ ਸੰਤ ਬਾਬਾ ਅਮਰਜੀਤ ਸਿੰਘ ਜੀ ਮੁੰਡੇ ਪਿੰਡ ਵਾਲੇ ਉਦੋਂ ਸਰੀਰ ਕਰਕੇ ਹਾਜ਼ਰ ਸਨ। ਸੋ ਦਾਸ ਮੇਰੇ ਅਤੀ ਸਤਿਕਾਰਯੋਗ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਪ੍ਰਧਾਨ ਸੰਤ ਸਮਾਜ, ਉਹਨਾਂ ਮਹਾਂਪੁਰਸ਼ਾਂ ਦੀ ਹਾਜ਼ਰੀ ਲਵਾਉਂਦਾ ਹੋਇਆ ਖਿਮਾ ਦਾ ਜਾਚਕ ਹੈ। ਆਪ ਸਾਰੀਆਂ ਸੰਗਤਾਂ ਦਾ ਧੰਨਵਾਦ, ਮਹਾਂਪੁਰਸ਼ਾਂ ਦਾ ਧੰਨਵਾਦ, ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੀ ਧੰਨਵਾਦ ਕਰ ਸਕਦੇ ਹਾਂ, ਜਿਨ੍ਹਾਂ ਦੀ ਕਿਰਪਾ ਐਸੀ ਹੈ ਵੀ ਰਹਿਣ ਦਿਨ ਪ੍ਰਭਾਤ ਤੂਹੇ ਹੀ ਗਾਵਣਾ, ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣਾ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।